ਸਿਆਸਤ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਦੋਸਤੋ, ਮੌਸਮ ਜਿਹੜਾ ਹੈਗਾ ਤੁਹਾਡੇ ਸਾਹਮਣੇ ਹੀ ਹੈ ਕਿ ਮੌਸਮ ਦਾ ਮਿਜਾਜ਼ ਜਿਹੜਾ ਬਦਲ ਰਿਹਾ ਹੈ, ਔਰ ਮੌਸਮ ਦੇ ਮਿਜਾਜ਼ ਦੇ ਨਾਲ ਨਾਲ ਸਿਆਸਤ ਦਾ ਜਿਹੜਾ ਮਿਜਾਜ਼ ਹੈ ਉਹਦੇ 'ਚ ਵੀ ਬਦਲਾਅ ਆ ਰਿਹਾ ਹੈ। ਦੋਸਤੋ, ਤੁਹਾਨੂੰ ਪਤਾ ਹੀ ਹੈ ਪਿਛਲੇ ਦਿਨੀ ਅਸੀਂ ਜਿਹੜਾ 26 ਜਨਵਰੀ ਸੈਲੀਬ੍ਰੇਟ ਕਰ ਰਿਹਾ ਸੀਗਾ ਪੂਰੇ ਦਾ ਪੂਰਾ ਦੇਸ਼, ਔਰ ਕਿਸਾਨਾਂ ਨੇ ਵੀ ਬੜੇ ਮਾਣ ਦੇ ਨਾਲ ਇਹ ਗੱਲ ਕਹੀ ਸੀ ਕਿ ਉਹ 26 ਜਨਵਰੀ ਨੂੰ ਸੈਲੀਬ੍ਰੇਟ ਕਰਨਗੇ। ਉਹਨਾਂ ਨੇ ਕੀਤਾ ਵੀ। ਪਰ ਜਦੋਂ ਗੱਲ ਹੁੰਦੀ ਹੈਗੀ ਹੈ ਨਾ ਦੋਸਤੋ 26 ਜਨਵਰੀ ਦੀ, ਕਿੱਥੇ ਤਾਂ ਉਹ ਦਿਨ ਜਿਹੜਾ ਸੀ ਇੱਕ ਅਜਿਹਾ ਇਤਿਹਾਸਕ ਦਿਨ ਬਣਨ ਦੀ ਜਿਹੜੀ ਤਾਂਘ ਸੀਗੀ ਸਾਰੇ ਦੇ ਸਾਰੇ ਕਿਸਾਨਾਂ ਨੂੰ ਕਿ ਕੁਝ ਅਜਿਹਾ ਕਰਾਂਗੇ ਕਿ ਪੂਰੀ ਦੁਨੀਆ ਦੇਖੇਗੀ। ਐਕਸਾਈਟਮੈਂਟ ਵੀ ਸੀਗੀ, ਬਿਲਕੁਲ ਜਿਹੜੀ ਵਾਤਾਵਰਨ ਸੀਗਾ ਬੜਾ ਚਾਰਜਡ ਸੀਗਾ, ਬਹੁਤ ਐਂਟੀਸਪੇਸ਼ਨ ਸੀ ਲੋਕਾਂ ਦੇ ਵਿੱਚ ਕਿ ਵੀ ਉਹਨਾਂ ਨੂੰ ਲੱਗਦਾ ਸੀ ਉਹਨਾਂ ਨੂੰ ਕਿ ਕਿਸਾਨ ਕੀ ਕਰਨਗੇ। ਪਰ ਕੀਤਾ ਵੀ ਉਹਨਾਂ ਨੇ, ਇਸ 'ਚ ਕੋਈ ਸ਼ੱਕ ਨਹੀਂ ਹੈਗਾ। ਔਰ ਉਸ ਤੋਂ ਪਹਿਲਾਂ ਜੋ ਡਿਵੈਲਪਮੈਂਟਸ ਹੋਈਆਂ ਦੋਸਤੋ, ਉਹ ਵੀ ਤੁਹਾਡੀ ਸਾਰਿਆਂ ਦੀ ਨਜ਼ਰ ਹੈਗੀਆਂ। ਪਰ ਕਿਉਂਕਿ ਸਿਆਸਤ ਦੀ ਜਿਹੜੀ ਗੱਲ ਹੈਗੀ ਹੈ, ਤੇ ਆਪਾਂ ਜਿੱਦਾਂ ਨੂੰ ਯਾਦ ਹੋਏ ਕਿ ਜਿਹੜਾ ਸਾਡਾ ਇੱਕ ਦੂਸਰਾ ਪ੍ਰੋਗਰਾਮ ਹੈ ਤੀਸਰਾ ਨੇਤਰ, ਉਸ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹੋਏ ਮੈਂ ਇਹ ਗੱਲ ਕਹੀ ਸੀ ਕਿ ਇਸ ਅੰਦੋਲਨ ਨੂੰ ਸਮਾਪਤ ਕਰਨਾ ਕੋਈ ਵੱਡੀ ਗੱਲ ਨਹੀਂ ਹੈਗੀ ਕੇਂਦਰ ਦੀ ਸਰਕਾਰ ਵਾਸਤੇ, ਕਿਉਂਕਿ ਸਰਕਾਰਾਂ ਇੰਨੀਆਂ ਸ਼ਕਤੀਸ਼ਾਲੀ ਹੁੰਦੀਆਂ ਕਿ ਉਹ ਕੋਈ ਵੀ ਅਜਿਹਾ ਜਿਹੜਾ ਕਦਮ ਚੱਕ ਸਕਦੀਆਂ ਹੈਗੀਆਂ, ਕੋਈ ਵੀ ਐਸੀ ਜਿਹਨੂੰ ਕਹਿ ਲਓ ਤੁਸੀਂ ਕਿ ਤਾਕਤ ਦਾ ਇਸਤੇਮਾਲ ਕਰ ਸਕਦੀਆਂ ਹੈਗੀਆਂ ਕਿ ਜਿਹਦੇ ਨਾਲ ਜਿਹੜਾ ਅੰਦੋਲਨ ਹੈਗਾ ਉਹ ਕਿਸੇ ਵੀ ਕਰਵਟ ਬੈਠ ਸਕਦਾ ਸੀਗਾ। ਪਰ ਜੋ ਹੋਇਆ ਦੋਸਤੋ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈਗਾ। 60 ਦਿਨ ਤੋਂ ਵੱਧ ਜਿਹੜੇ ਕਿਸਾਨ ਹੈਗੇ ਆ 2 ਮਹੀਨੇ ਤੋਂ ਵੱਧ ਸੰਘਰਸ਼ ਕਰ ਰਹੇ, ਸਰਦੀ ਦੇ ਮੌਸਮ ਦੇ ਵਿੱਚ ਕਿਵੇਂ ਜਿਹੜਾ ਸੀਗਾ ਉਹ ਕੰਬ ਕਮਾਂਦੀਆਂ ਜਿਹੜੀਆਂ ਰਾਤਾਂ ਦੇ ਵਿੱਚ ਉਹਨਾਂ ਨੇ ਆਪਣਾ ਸਮਾਂ ਉੱਥੇ ਗੁਜ਼ਾਰਿਆ। ਇੱਕ ਐਂਟੀਸਪੇਸ਼ਨ ਸੀ, ਇੱਕ ਆਸ ਸੀ, ਇੱਕ ਜੋਸ਼ ਸੀਗਾ ਕਿ ਉਹਨਾਂ ਨੂੰ ਲੱਗਦਾ ਸੀ ਕਿ ਵੀ ਸਾਡਾ ਜਿਹੜਾ ਇਹ ਸੰਘਰਸ਼ ਹੈਗਾ ਉਹ ਇੱਕ ਅਜਿਹੀ ਜਿਹੜੇ ਮੁਕਾਮ ਤੇ ਪਹੁੰਚੇਗਾ ਜਿੱਥੋਂ ਉਹਨਾਂ ਨੂੰ ਬਹੁਤ ਵੱਡੀ ਜਿਹੜੀ ਜਿੱਤ ਹੈਗੀ ਹੈ ਉਹ ਹਾਸਲ ਹੋਏਗੀ। ਲੋਕੀ ਵੀ ਦੇਖ ਰਹੇ ਸੀ ਇਸ ਗੱਲ ਨੂੰ। ਅਸੀਂ ਆਪਣੇ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਇਹ ਡਿਸਕਸ ਵੀ ਕੀਤਾ ਹੈਗਾ ਕਿ ਕਿਸ ਤਰੀਕੇ ਜਿਹੜਾ ਪੂਰਾ ਹਿੰਦੁਸਤਾਨ ਸੀਗਾ ਉਹਦੀ ਇਹ ਐਂਟੀਸਪੇਸ਼ਨ ਸੀਗੀ, ਉਹਦੀ ਇਹ ਤਾਂਘ ਸੀਗੀ ਕਿ ਇਹ ਦੇਖਣਾ ਕਿ ਇਹ ਅੰਦੋਲਨ ਜਿਹੜਾ ਕਿਸਾਨਾਂ ਵਾਸਤੇ ਕੋਈ ਮੁਕਾਮ ਹਾਸਲ ਕਰੇਗਾ ਜਾਂ ਸਰਕਾਰ ਜਿਹੜੀ ਹੈਗੀ ਆ ਉਹ ਇਸ ਅੰਦੋਲਨ ਨੂੰ ਨਿਊਟਰਲਾਈਜ਼ ਕਰ ਦੇਗੀ। ਹੁਣ ਦੂਜੇ ਪਾਸੇ ਚੱਲਦੇ ਹੈਗੇ ਜੇ ਆਪਾਂ ਗੱਲ ਕੀਤੀ ਹੈਗੀ ਹੈ 26 ਜਨਵਰੀ ਦੀ, 26 ਜਨਵਰੀ ਤੋਂ ਪਹਿਲਾਂ ਜੋ ਗੱਲ ਚੱਲ ਰਹੀ ਸੀ ਉਹ ਇਹ ਸੀਗੀ ਕਿ ਸਰਕਾਰ ਨੇ ਕਿਸਾਨਾਂ ਨੂੰ ਇੱਕ ਪ੍ਰਸਤਾਵ ਦਿੱਤਾ ਸੀਗਾ। ਉਹਨਾਂ ਨੇ ਕਿਹਾ ਕਿ ਜੇ ਤੁਸੀਂ ਚਾਹੋ ਤਾਂ ਅਸੀਂ ਸੁਪਰੀਮ ਕੋਰਟ ਨੇ ਤਾਂ ਪਹਿਲਾਂ ਹੀ ਹੋਲਡ ਕੀਤਾ ਹੋਇਆ ਤਿੰਨੋਂ ਕਾਨੂੰਨਾਂ ਨੂੰ, ਇਹਨਾਂ ਤਿੰਨੋਂ ਕਾਨੂੰਨਾਂ ਦੀ ਇੰਪਲੀਮੈਂਟੇਸ਼ਨ ਜਿਹੜੀ ਹੈਗੀ ਹੈ ਅਸੀਂ ਉਹਨੂੰ ਹੋਲਡ ਕਰ ਸਕਦੇ ਹੈਗੇ 1.5 ਸਾਲ ਵਾਸਤੇ, 2 ਸਾਲ ਵਾਸਤੇ। ਔਰ ਇੱਥੋਂ ਤੱਕ ਕਿ ਕੁਝ ਅਜਿਹੀਆਂ ਖਬਰਾਂ ਵੀ ਆਈਆਂ ਸੀ ਕਿ ਸਰਕਾਰ 3 ਸਾਲ ਤੱਕ ਵੀ ਹੋਲਡ ਜਿਹੜਾ ਹੈਗਾ ਇਹਨਾਂ ਕਾਨੂੰਨਾਂ ਨੂੰ ਕਰਨ ਵਾਸਤੇ ਤਿਆਰ ਸੀ ਜੇ ਕਿਸਾਨ ਮੰਨ ਜਾਣ। ਪਰ ਕਿਸਾਨਾਂ ਨੇ ਚੂਜ਼ ਕੀ ਕੀਤਾ? ਕਿਸਾਨਾਂ ਨੇ ਚੂਜ਼ ਇਹ ਕੀਤਾ ਕਿ ਜੇ ਇਹ ਜਿਹੜੇ ਪ੍ਰਸਤਾਵ ਹੈਗੇ ਆ ਜੇ ਸਰਕਾਰ ਪਹਿਲਾਂ ਦਿੰਦੀ, ਜਦੋਂ ਅਸੀਂ ਉਹ ਪੰਜਾਬ ਦੇ ਵਿੱਚ ਬੈਠੇ ਸੀ ਜਾਂ ਆਪਣੇ ਰਾਜਾਂ ਦੇ ਵਿੱਚ ਬੈਠੇ ਹੋਏ ਸੀ, ਉਸ ਵੇਲੇ ਇਹ ਪ੍ਰਸਤਾਵ ਦਿੰਦੀ ਤਾਂ ਅਸੀਂ ਉਹਨੂੰ ਕੰਸੀਡਰ ਕਰ ਸਕਦੇ ਸੀਗੇ। ਹੁਣ ਕਿਉਂਕਿ ਸੰਘਰਸ਼ ਜਿਹੜਾ ਸੀਗਾ ਉਹ ਅਜਿਹਾ ਸੰਘਰਸ਼ ਬਣ ਗਿਆ ਸੀਗਾ ਕਿ ਜਿੱਥੇ ਜਿਹੜੇ ਲੋਕ ਹੈਗੇ ਆ ਜਾਂ ਕਿਸਾਨ ਨੇ ਉਹਨਾਂ ਨੂੰ ਪੂਰਾ ਇੰਟਰਨੈਸ਼ਨਲ ਅਟੈਂਸ਼ਨ ਮਿਲ ਰਹੀ ਸੀ। 100 MPs UK ਦੇ ਉਹਨਾਂ ਨੇ ਪੱਤਰ ਲਿਖਿਆ ਭਾਰਤ ਦੀ ਸਰਕਾਰ ਨੂੰ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਇੱਥੋਂ ਤੱਕ ਕਿ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਜਿਹੜੀਆਂ ਸੀਗੀਆਂ ਇਸ ਅੰਦੋਲਨ ਦੀਆਂ ਗੱਲਾਂ ਹੋ ਰਹੀਆਂ ਸੀ। ਪੂਰੇ ਸੰਸਾਰ ਦੇ ਜੇ 8 ਕਰੋੜ ਲੋਕ ਅਸੀਂ ਕਹਿੰਦੇ ਹੈਗੇ ਆ, 800 ਕਰੋੜ ਦੀ ਜਿਹੜੀ ਸੰਸਾਰ ਦੀ ਜਿਹੜੀ ਜੇ ਅਸੀਂ ਜਨਸੰਖਿਆ ਮੰਨ ਲਈਏ ਤਾਂ ਇਹਨਾਂ ਦੇ ਵਿੱਚੋਂ ਬਹੁਤੇ ਲੋਕਾਂ ਦੀਆਂ ਨਜ਼ਰਾਂ ਜਿਹੜੀਆਂ ਸੀ ਉਹ ਇੰਡੀਆ ਦੇ ਉੱਪਰ, ਭਾਰਤ ਦੇ ਉੱਤੇ ਔਰ ਭਾਰਤ ਦੇ ਕਿਸਾਨਾਂ ਦੇ ਇਸ ਅੰਦੋਲਨ ਦੇ ਉੱਤੇ ਆ ਟਿਕੀਆਂ ਸੀ। ਕਿਉਂਕਿ ਇਹ ਜਿਹੜਾ ਅੰਦੋਲਨ ਸੀਗਾ ਨਵੇਕਲਾਪਨ ਉਹਦੇ ਵਿੱਚ ਇਹ ਸੀ ਕਿ ਇਹ ਕਾਰਪੋਰੇਟਸ ਦੇ ਖਿਲਾਫ ਇੱਕ ਵੱਡੀ ਜੰਗ ਦੇ ਤੌਰ ਦੇ ਉੱਤੇ ਦੁਨੀਆ ਦੇ ਸਾਹਮਣੇ ਆਇਆ ਸੀ। ਪੂਰੇ ਸੰਸਾਰ ਦੇ ਵਿੱਚ ਲੋਕ ਜਿਹੜੇ ਨੇ ਉਹ ਇਸ ਗੱਲ ਦੇ ਉੱਤੇ ਖਫਾ ਹੈਗੇ ਆ ਜਾਂ ਉਹਨਾਂ ਦੀ ਇਹ ਐਂਟੀਸਪੇਸ਼ਨ ਸੀਗੀ ਜਾਂ ਐਕਸਪੈਕਟੇਸ਼ਨ ਸੀਗੀ ਕਿ ਕਿਉਂਕਿ ਸਰਮਾਇਆ ਜਿਹੜਾ ਹੈਗਾ ਸਾਰੇ ਸੰਸਾਰ ਦਾ ਉਹ ਕੁਝ ਹੀ ਘਰਾਂ ਦੇ ਹੱਥ ਦੇ ਵਿੱਚ ਸੀਮਤ ਹੋ ਗਿਆ ਔਰ ਆਮ ਲੋਕ ਜਿਹੜੇ ਹੈਗੇ ਆ ਉਹ ਉਹਨਾਂ ਦਾ ਜੀਵਨ ਬੜਾ ਸੰਘਰਸ਼ਪੂਰਨ ਬਣਿਆ ਹੋਇਆ ਸੀਗਾ। ਉਹਨਾਂ ਸਾਰਿਆਂ ਨੂੰ ਇਹ ਲੱਗ ਰਿਹਾ ਸੀਗਾ ਕਿ ਜਿਹੜੀ ਇਹ ਬਰਫ਼ ਜੰਮ ਗਈ, ਉਹਨਾਂ ਨੂੰ ਲੱਗਦਾ ਸੀ ਕਿ ਕਾਰਪੋਰੇਟਸ ਨੂੰ ਹਰਾ ਪਾਉਣਾ ਬਹੁਤ ਮੁਸ਼ਕਲ ਹੈਗਾ। ਇੰਪੀਰੀਅਲਿਸਟਿਕ ਫੋਰਸਿਸ ਨੂੰ, ਇਸ ਵੇਲੇ ਇਕਨੋਮਿਕ ਇੰਪੀਰੀਅਲਿਜ਼ਮ ਦੀ ਗੱਲ ਹੋ ਰਹੀ ਹੈਗੀ ਹੈ, ਇਹਨਾਂ ਫੋਰਸਿਸ ਨੂੰ ਹਰਾ ਪਾਉਣਾ ਬਹੁਤ ਮੁਸ਼ਕਲ ਸੀਗਾ ਔਰ ਮੁਸ਼ਕਿਲ ਹੈਗਾ।
ਤੇ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਇੱਕ ਨਵੀਂ ਸ਼ੁਰੂਆਤ ਹੋ ਸਕਦੀ ਹੈਗੀ ਹੈ ਕਿ ਕਿਸਾਨਾਂ ਦਾ ਜਿਹੜਾ ਇਹ ਅੰਦੋਲਨ ਹੈਗਾ ਉਹ ਇਹਨਾਂ ਕਾਰਪੋਰੇਟਸ ਨੂੰ ਹਰਾਏਗਾ। ਇੱਕ ਅਜਿਹਾ ਵਾਤਾਵਰਣ ਬਿਲਡ ਹੋਇਆ 26 ਜਨਵਰੀ ਦੇ ਸੰਘਰਸ਼ ਨੂੰ ਲੈ ਕੇ। 26 ਜਨਵਰੀ ਦਾ ਜਿਹੜਾ ਟਰੈਕਟਰ ਪਰੇਡ ਦੀ ਅਨਾਉਂਸਮੈਂਟ ਕੀਤੀ, ਬਹੁਤ ਜੋਸ਼ ਸੀਗਾ, ਖਾਸ ਕਰਕੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਘਰੋਂ ਘਰੀ ਇਸ ਗੱਲ ਦਾ ਪ੍ਰਚਾਰ ਹੋਇਆ। ਪਿੰਡਾਂ ਦੇ ਵਿੱਚੋਂ ਟਰੈਕਟਰ ਜਾ ਰਹੇ ਹੈਗੇ ਆ ਔਰ ਕਿੱਥੇ ਟਰਾਲੀਜ਼ ਦੇ ਵਿੱਚ ਲੱਦ ਕੇ ਜਿਹੜੇ ਆ 2-2 3-3 ਟਰੈਕਟਰ ਇੱਕ ਜਿਹੜੇ ਸੀ ਉਹਨਾਂ ਨੇ 2-2 3-3 ਟਰਾਲੀਆਂ ਪਿੱਛੇ ਪਾ ਕੇ 5-5 6-6 ਟਰੈਕਟਰ ਉਹਨਾਂ ਦੇ ਉੱਤੇ ਲੱਦੇ ਹੋਏ ਸੀਗੇ ਔਰ ਉਹ ਜਾ ਰਹੇ ਸੀਗੇ ਉੱਥੇ ਕਿ 26 ਜਨਵਰੀ ਨੂੰ ਅਸੀਂ ਇੱਕ ਟਰੈਕਟਰ ਪਰੇਡ ਜਿਹੜੀ ਹੈ ਉਹ ਅਸੀਂ ਕਰਨੀ ਹੈਗੀ ਹੈ, ਟਰੈਕਟਰ ਰੈਲੀ ਕਰਨੀ ਹੈਗੀ ਹੈ। ਅਸੀਂ ਸਰਕਾਰ ਨੂੰ ਜਿਹੜਾ ਉਹ ਆਪਣਾ ਉਹ ਦਮਖਮ ਦਿਖਾਣਾ ਹੈਗਾ ਜਿਸ ਦੇ ਬਲਬੂਤੇ ਦੇ ਉੱਤੇ ਸਰਕਾਰ ਦਾ ਇਹ ਪ੍ਰਸਤਾਵ ਜਿਹੜਾ ਸੀ ਕਿਸਾਨਾਂ ਨੇ ਨਹੀਂ ਮੰਨਿਆ ਸੀ ਕਿ ਅਸੀਂ ਸਰਕਾਰ ਨੇ ਜੋ 3 ਸਾਲ ਵਾਸਤੇ ਇਸ ਕਾਨੂੰਨ ਨੂੰ ਫ੍ਰੀਜ਼ ਕਰਨ ਦੀ ਗੱਲ ਕੀਤੀ ਸੀ ਉਹ ਨਹੀਂ ਮੰਨੀ ਸੀ ਔਰ ਉਹਨਾਂ ਨੇ ਫਿਰ ਕਿਸੇ ਗੱਲ ਨੂੰ ਦੁਹਰਾਇਆ ਸੀ ਕਿ ਅਸੀਂ ਰਿਪੀਲ ਚਾਹੁੰਦੇ ਹਾਂ, ਟੋਟਲ ਚੇਂਜ ਜਿਹੜਾ ਹੈਗਾ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਇਹਨਾਂ ਕਾਨੂੰਨਾਂ ਨੂੰ ਵਾਪਸ ਲੈ ਲਵੇ। ਸੋ ਇਸ ਐਂਟੀਸਪੇਸ਼ਨ ਦੇ ਵਿੱਚ 26 ਜਨਵਰੀ ਦਾ ਉਹ ਦਿਨ ਵੀ ਆਇਆ ਔਰ ਜਦੋਂ 26 ਜਨਵਰੀ ਦਾ ਦਿਨ ਆਇਆ ਨਾ ਦੋਸਤੋ ਤਾਂ ਅਜਿਹਾ ਹੋਇਆ ਕਿ ਜਿਹਨੂੰ ਆਪਾਂ ਕਹਿ ਸਕਦੇ ਹੈਗੇ ਆ ਕਿ ਸਰਕਾਰ ਜਿਹੜੇ ਇਹ 2 ਮਹੀਨੇ ਦਾ ਦਿੱਲੀ ਦੇ ਬਾਰਡਰਾਂ ਤੇ ਬੈਠੀ ਹੋਈ ਜਿਹੜੀ ਕਿਸਾਨਾਂ ਦੀ ਫੌਜ ਸੀਗੀ, ਕਿਸਾਨਾਂ ਦੀ ਜਿਹੜਾ ਸੰਖਿਆ ਬਲ ਸੀਗਾ ਉਹਦੇ ਸਾਹਮਣੇ ਬੇਬਸ ਲੱਗ ਰਹੀ ਸੀ। ਪਰ ਇੱਕਦਮ ਚੇਂਜ ਆਇਆ ਔਰ ਚੇਂਜ ਐਸਾ ਆਇਆ ਜਿੱਥੋਂ ਸਿਆਸਤ ਦੀ ਜਦੋਂ ਗੱਲ ਹੁੰਦੀ ਹੈਗੀ ਹੈ, ਜਿਹਨੂੰ ਕਹਿ ਦਿੰਦੇ ਹੈਗੇ ਨਾ ਕਿ ਇੱਕ ਲੋਹਾਰ ਦੀ 100 ਸੁਨਾਰ ਦੀਆਂ ਦੇ ਬਰਾਬਰ, ਤੋਂ ਇੱਕ ਅਜਿਹਾ ਡਿਵੈਲਪਮੈਂਟ ਹੋਈ। ਸਰਕਾਰ ਨੇ ਇੱਕ ਅਜਿਹਾ ਅਸੀਂ ਜਿਵੇਂ ਕਿਸਾਨ ਨੇਤਾ ਜਿਹੜੇ ਆ ਦੋਸ਼ ਲਗਾ ਰਹੇ ਹੈਗੇ ਆ ਕਿ ਇਹ ਸਰਕਾਰ ਦਾ ਹੀ ਕੀਤਾ ਧਰਿਆ ਸੀਗਾ ਜੋ ਲਾਲ ਕਿਲੇ ਦੀਆਂ ਘਟਨਾਵਾਂ ਹੋਈਆਂ, ਪੁਲਿਸ ਦੀ ਸ਼ਮੂਲੀਅਤ ਸੀਗੀ ਔਰ ਬੜੇ ਸਾਰੇ ਐਸੇ ਵੀਡੀਓਜ਼ ਵੀ ਆਏ ਹੈਗੇ ਆ ਦੋਸਤੋ ਜਿਹਦੇ ਵਿੱਚ ਅਸੀਂ ਦੇਖਿਆ ਕਿ ਕੁਝ ਵੀਡੀਓਜ਼ ਦੇ ਵਿੱਚ ਅਸੀਂ ਇਹ ਦੇਖ ਰਹੇ ਸੀ ਕਿ ਪੁਲਿਸ ਜਿਹੜੀ ਹੈਗੀ ਆ ਉਹ ਵਧੀਕੀਆਂ ਕਰ ਰਹੀ ਹੈਗੀ ਹੈ ਕਿਸਾਨਾਂ ਦੇ ਉੱਪਰ। ਕੁਝ ਵੀਡੀਓਜ਼ ਐਸੇ ਵੀ ਸੀਗੇ ਜਿਹਦੇ ਵਿੱਚ ਕਿਸਾਨ ਜਿਹੜੇ ਹੈਗੇ ਆ ਉਹ ਲਾਠੀਆਂ ਲੈ ਕੇ ਪੁਲਿਸ ਦੇ ਜਿਹੜੇ ਦੁਆਲੇ ਹੋਏ ਸੀ, ਤਲਵਾਰ ਲੈ ਕੇ ਨਿਹੰਗ ਸਿੰਘ ਜਿਹੜੇ ਸੀਗੇ ਉਹ ਪੁਲਿਸ ਵਾਲਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਸੋ ਦੋਨੋਂ ਤਰ੍ਹਾਂ ਦੇ ਵੀਡੀਓਜ਼। ਫਿਰ ਕੁਝ ਅਜਿਹੇ ਵੀਡੀਓਜ਼ ਵੀ ਆਏ ਜਿਹਦੇ ਵਿੱਚ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਆ ਉਹ ਟਰਾਲੀਆਂ ਦੇ ਉੱਪਰ ਮਾਰ ਰਹੇ ਹੈਗੇ ਆ, ਟਰਾਲੀ ਦੇ ਵਿੱਚ ਉਹਨਾਂ ਨੇ ਜਿਹੜਾ ਟਰਾਲੀਆਂ ਦਾ ਨੁਕਸਾਨ ਵੀ ਕਰਦੇ ਪਏ ਨੇ, ਇੱਥੋਂ ਤੱਕ ਕਿ ਅਥਰੂ ਗੈਸ ਦਾ ਗੋਲਾ ਵੀ ਸੁੱਟਿਆ ਹੈਗਾ ਔਰ ਨਾਲ ਹੀ ਇਹ ਵੀ ਵੀਡੀਓਜ਼ ਆਏ ਕਿ ਨੈਸ਼ਨਲ ਫਲੈਗਸ ਜਿਹੜੇ ਹੈਗੇ ਆ ਉਹ ਜਿਹੜਾ ਸਾਡਾ ਤਿਰੰਗਾ ਝੰਡਾ ਸਾਡੇ ਦੇਸ਼ ਦਾ ਮਾਣ ਹੈ ਉਸ ਨੂੰ ਅਸੀਂ ਦੇਖਿਆ ਕਿ ਕੁਝ ਪੁਲਿਸ ਵਾਲਿਆਂ ਵੱਲੋਂ ਉਹਦੇ ਨਾਲ ਉਹਦੇ ਜਿਹੜੇ ਸਨਮਾਨ ਦੇ ਵਾਸਤੇ ਕੁਝ ਨਹੀਂ ਕੀਤਾ ਗਿਆ, ਰਾਦਰ ਜਿਹੜਾ ਸੀ ਇੱਕ ਨੈਗੇਟਿਵ ਉਸ ਵੇਲੇ ਜਿਹੜਾ ਇਹ ਸੰਘਰਸ਼ ਚੱਲ ਰਿਹਾ ਸੀਗਾ ਉਹਦੇ ਵਿੱਚ ਉਹ ਸਾਹਮਣੇ ਆ ਰਿਹਾ ਸੀ। ਪਰ ਅਜਿਹੇ ਸੀਨ ਵੀ ਦੇਖੇ ਗਏ ਜਿਹਦੇ ਵਿੱਚ ਪੁਲਿਸ ਵਾਲੇ ਜਿਹੜੇ ਸੀਗੇ ਉਹ ਤਿਰੰਗੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਪੰਜਾਬ ਦੇ ਔਰ ਬਾਕੀ ਸਾਰੇ ਰਾਜਾਂ ਦੇ ਜਿਹੜੇ ਕਿਸਾਨ ਸੀਗੇ ਉਹਨਾਂ ਨੇ ਆਪਣੀਆਂ ਟਰਾਲੀਜ਼ ਦੇ ਉੱਪਰ ਤਿਰੰਗਾ ਲਗਾਇਆ ਹੋਇਆ ਸੀਗਾ, ਲੇਕਿਨ ਬੈਰੀਕੇਡਸ ਤੋੜਨ ਦੀ ਜਿਹੜੀ ਗੱਲ ਹੈਗੀ ਹੈ ਉਹ ਵੀ ਸਾਹਮਣੇ ਆਈ। ਔਰ ਉਸ ਤੋਂ ਬਾਅਦ ਲਾਲ ਕਿਲੇ ਦੇ ਵਿੱਚ ਜਾ ਕੇ ਜੋ ਕੁਝ ਹੋਇਆ, ਬਿਲਕੁਲ ਜਿਹੜਾ ਲਾਲ ਕਿਲੇ ਵਾਲੀ ਜਿਹੜੀ ਘਟਨਾ ਹੈਗੀ ਹੈ ਉਹਨੇ ਇੱਕ ਅਜਿਹਾ ਨੈਰੇਟਿਵ ਬਿਲਡ ਕਰਨ ਦੀ ਹੁਣ ਕੋਸ਼ਿਸ਼ ਹੋ ਰਹੀ ਹੈਗੀ ਹੈ ਜਾਂ ਰਾਦਰ ਇੱਕ ਮੌਕਾ ਦੇ ਦਿੱਤਾ ਇਸ ਨੈਰੇਟਿਵ ਨੂੰ ਬਿਲਡ ਕਰਨ ਵਾਸਤੇ ਕਿ ਜਿੱਥੇ ਜੋ ਇਹ ਚਾਹੁੰਦੇ ਸੀਗੇ, ਜੋ ਸਰਕਾਰ ਜਾਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਬਾਰ-ਬਾਰ ਕਹਿ ਰਹੇ ਸੀਗੇ ਕਿ ਇਹ ਕਿਸਾਨ ਨਹੀਂ ਹੈਗੇ, ਇਹ ਉਪਦਰਵੀ ਨੇ, ਅੱਤਵਾਦੀ ਨੇ, ਇਹ ਖਾਲਿਸਤਾਨੀ ਹੈਗੇ ਆ। ਤੋ ਉਹਨਾਂ ਨੇ ਜਿਹੜੀਆਂ ਇਸ ਤਰੀਕੇ ਦੀਆਂ ਐਕਸਟ੍ਰੀਮਿਸਟ, ਮਾਓਇਸਟ, ਪਤਾ ਨਹੀਂ ਕੀ ਜਿਹੜੀਆਂ ਗੱਲਾਂ ਸੀਗੀਆਂ ਉਹਨਾਂ ਨੇ ਕਿਸਾਨਾਂ ਦੇ ਬਾਰੇ ਚ ਬੋਲੀਆਂ ਔਰ ਉਹਨਾਂ ਨੂੰ ਇਹ ਮੌਕਾ ਮਿਲ ਗਿਆ ਕਿ ਉਹ ਦੁਬਾਰਾ ਤੋਂ ਇਹ ਗੱਲਾਂ ਜਿਹੜੀਆਂ ਹੈਗੀਆਂ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਉਹਨਾਂ ਨੇ ਸ਼ੁਰੂ ਕੀਤਾ ਕਿ ਇਹ ਜਿਹੜਾ ਉਪਦਰਵੀ ਹੀ ਨੇ ਕਿਸਾਨ ਜਿਹੜੇ ਨੇ, ਕਿਸਾਨਾਂ ਦੇ ਜਿਹੜੇ ਨੇਤਾ ਨੇ ਉਹਨਾਂ ਦਾ ਇਹਦੇ ਉੱਤੇ ਕੋਈ ਕੰਟਰੋਲ ਨਹੀਂ ਰਿਹਾ। ਪਰ ਜਦੋਂ ਬਾਅਦ ਚੋਂ ਜੋ ਗੱਲਾਂ ਸਾਹਮਣੇ ਆਈਆਂ ਹੈਗੀਆਂ ਇੱਕ ਐਕਟਰ ਦੇ ਪਿੱਛੇ ਲੱਗ ਕੇ ਕੁਝ ਲੋਕਾਂ ਨੇ, ਔਰ ਉਹ ਐਕਟਰ ਜਿਹੜਾ ਹੈਗਾ ਉਹ ਇੱਕ ਅਜਿਹਾ ਬੰਦਾ ਹੈਗਾ ਜਿਹੜਾ ਪੰਜਾਬ ਦੇ ਵਿੱਚ ਕੋਈ ਬਹੁਤ ਵੱਡਾ ਆਧਾਰ ਨਹੀਂ ਸੀ। ਪਿਛਲੇ 6 ਮਹੀਨੇ ਤੋਂ ਪਹਿਲਾਂ ਕੋਈ ਐਸੀ ਸਿਚੁਏਸ਼ਨ ਜਿਹੜੀ ਸੀਗੀ ਨਹੀਂ ਸੀ, ਕੋਈ ਐਸੀ ਜਥੇਬੰਦੀ ਨਹੀਂ ਸੀ ਜਿਹੜੀ ਇਸ ਐਕਟਰ ਨੇ ਬਿਲਡ ਕੀਤੀ ਹੋਏ ਜਾਂ ਕੋਈ ਇਹਦੀ ਇਸ ਤਰੀਕੇ ਦੀ ਕੋਈ ਫੋਲੋਇੰਗ ਹੋਏ। ਅਚਾਨਕ ਹੀ ਜਿਹੜਾ ਇਹ ਬੰਦਾ ਆਉਂਦਾ ਹੈਗਾ ਸ਼ੰਭੂ ਦੇ ਬਾਰਡਰ ਦੇ ਉੱਤੇ ਜਾ ਕੇ ਇਹ ਬੈਠ ਦਾ ਮੋਰਚਾ ਲਗਾਉਂਦਾ ਹੈਗਾ ਔਰ ਲੋਕ ਜਿਹੜੇ ਨੇ ਉਹਦੇ ਪਿੱਛੇ ਲੱਗਦੇ ਹੈਗੇ ਆ। ਕਿਸਾਨਾਂ ਨੇ ਪਹਿਲੇ ਦਿਨ ਤੋਂ ਹੀ ਇਹ ਗੱਲ ਕਹੀ ਸੀ ਕਿ ਇਹ ਬੰਦਾ ਜਿਹੜਾ ਹੈ ਇਹ RSS ਦਾ ਬੰਦਾ ਹੈਗਾ, ਇਹ ਭਾਰਤੀ ਜਨਤਾ ਪਾਰਟੀ ਦਾ ਬੰਦਾ ਹੈਗਾ, ਕਿਉਂਕਿ ਇਹਦੇ ਸਨੀ ਦਿਓਲ ਜੋ ਕਿ ਗੁਰਦਾਸਪੁਰ ਤੋਂ ਸੰਸਦ ਦੇ ਮੈਂਬਰ ਹੈਗੇ ਆ ਉਹਦੇ ਨਾਲ ਇਹਦੇ ਸਬੰਧ ਹੈਗੇ ਔਰ ਈਵਨ ਬਾਅਦ ਚੋਂ ਇਹ ਸਿਚੁਏਸ਼ਨ ਵੀ ਆਈ ਕਿ ਪ੍ਰਧਾਨ ਮੰਤਰੀ ਦੇ ਨਾਲ, ਗ੍ਰਹਿ ਮੰਤਰੀ ਦੇ ਨਾਲ ਜਿਹੜੀਆਂ ਉਹਦੀਆਂ
ਫੋਟੋਗ੍ਰਾਫ ਸੀਗੀਆਂ ਉਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈਆਂ ਹੈਗੀਆਂ। ਔਰ ਬਾਅਦ ਚੋਂ ਜਦੋਂ ਸਰਕਾਰ ਨੇ ਇਸ 26 ਜਨਵਰੀ ਵਾਲਾ ਜਿਹੜਾ ਵਾਕਿਆ ਹੋਇਆ ਹੈਗਾ ਲਾਲ ਕਿਲੇ ਵਾਲਾ, ਹਿੰਸਾ ਹੋਈ ਦਿੱਲੀ ਦੇ ਵਿੱਚ, ਉਸ ਤੋਂ ਬਾਅਦ ਉਹਨਾਂ ਨੇ ਕੁਝ ਲੀਡਰਸ ਦੇ ਉੱਤੇ, ਜਿਹੜੇ ਵੱਡੇ ਕਿਸਾਨ ਲੀਡਰ ਸੀਗੇ, ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕੀਤੀ, FIRs ਦਰਜ ਹੋਈਆਂ ਹੈਗੀਆਂ। ਲੇਕਿਨ ਪਹਿਲੋਂ ਦੀਪ ਸਿੱਧੂ ਤੇ ਜਿਹੜਾ ਉਹਦਾ ਸਾਥੀ ਹੈਗਾ ਲੱਖਾ ਸਿੰਘ, ਉਹਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਹੋਈ ਸੀ। ਪਰ ਹੁਣ ਇਹ ਜਿਹੜੀ ਹੈਗੀ ਹੈ ਖਬਰ ਆ ਰਹੀ ਹੈਗੀ ਹੈ ਅੱਜ ਕਿ ਉਹਨਾਂ ਦੇ ਦੋਨਾਂ ਦੇ ਖਿਲਾਫ ਵੀ FIR ਹੋ ਗਈ ਔਰ ਪੁਲਿਸ ਨੂੰ ਬੜੀ ਜ਼ੋਰ ਸ਼ੋਰ ਦੇ ਨਾਲ ਉਹਨਾਂ ਦੋਨਾਂ ਨੂੰ ਲੱਭ ਰਹੀ ਹੈਗੀ ਹੈ। ਔਰ ਫਿਰ ਇਹ ਵੀ ਖਬਰਾਂ ਜਿਹੜੀਆਂ ਅਸੀਂ ਵੀਡੀਓਜ਼ ਦੇਖੀਆਂ ਹੈਗੀਆਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਐਕਟਰ ਸੀਗਾ, ਪੰਜਾਬੀ ਫਿਲਮੀ ਅਦਾਕਾਰ, ਇਹਨੂੰ ਸਿੰਘੂ ਬਾਰਡਰ ਦੇ ਉੱਤੇ ਆਇਆ ਹੈਗਾ ਲਾਲ ਕਿਲੇ ਤੋਂ ਬਾਅਦ, ਔਰ ਕਿਵੇਂ ਉੱਥੋਂ ਲੋਕਾਂ ਨੇ, ਕਿਸਾਨਾਂ ਨੇ ਉਹਨੂੰ ਭਜਾਇਆ ਹੈਗਾ, ਸਾਰਾ ਕੁਝ ਜਿਹੜਾ ਉਹ ਸਾਹਮਣੇ ਹੈਗਾ। ਔਰ ਬਾਅਦ ਚੋਂ ਵੀਡੀਓਜ਼ ਦੇ ਉੱਤੇ ਆ ਕੇ ਉਹਨੇ ਆਪਣੀਆਂ ਐਕਸਪਲੇਨੇਸ਼ਨਸ ਵੀ ਦਿੱਤੀਆਂ ਹੈਗੀਆਂ। ਪਰ ਜੋ ਨੁਕਸਾਨ ਹੋਇਆ ਉਹ ਹੋ ਗਿਆ। ਜਿਸ ਤਰੀਕੇ ਦੇ ਨਾਲ ਇਹ ਸਭ ਕੁਝ ਹੋਇਆ, ਹਾਲਾਂਕਿ ਕਿਸਾਨ ਨੇਤਾ ਬਾਰ-ਬਾਰ ਕਹਿ ਰਹੇ ਸੀ ਕਿ ਅਜਿਹਾ ਕੁਝ ਹੋ ਸਕਦਾ ਹੈਗਾ, ਪਰ ਫਿਰ ਵੀ ਲੋਕਾਂ ਨੂੰ ਇਹ ਉਮੀਦ ਨਹੀਂ ਸੀ ਹੈਗੀ ਕਿ ਇਸ ਤਰੀਕੇ ਦਾ ਕੁਝ ਹੋਏਗਾ। ਔਰ ਇੱਕਦਮ ਨਮੋਸ਼ੀ ਦਾ ਜਿਹੜਾ ਮਾਹੌਲ ਵੀ ਉਹ ਬਣ ਗਿਆ, ਸਾਰੇ ਪਾਸੇ ਨਿਰਾਸ਼ਾ ਵੀ ਨਜ਼ਰ ਆਈ। ਪਰ ਬਾਅਦ ਚੋਂ ਫਿਰ ਸਿਸਟਮ ਜਿਹੜਾ ਹੈਗਾ ਉਹ ਬਦਲਿਆ, ਔਰ ਬਦਲੇ ਹੋਏ ਹਾਲਾਤਾਂ ਦੇ ਵਿੱਚ ਜੋ ਗੱਲਾਂ ਇਸ ਵੇਲੇ ਸਾਹਮਣੇ ਹੈਗੀਆਂ, ਕਿਉਂਕਿ ਰਾਜਨੀਤੀ ਜਿਹੜੀ ਹੈ ਉਹ ਇੱਕੋ ਚਾਲ ਤਾਂ ਕਦੇ ਵੀ ਨਹੀਂ ਚੱਲਦੀ ਹੈਗੀ, ਇਹਦੀ ਚਾਲ ਜਿਹੜੀ ਹੈਗੀ ਆ ਦਿਨ ਪ੍ਰਤੀ ਦਿਨ ਉਹਦੇ 'ਚ ਬਦਲਾਵ ਆਉਂਦਾ ਹੈਗਾ। ਬਾਅਦ ਚੋਂ ਜਿਹੜੇ ਲੋਕ ਸੀਗੇ ਲੀਡਰ, ਜਦੋਂ ਸਟੇਜ ਦੇ ਉੱਤੇ ਵਾਪਸ ਆਏ ਹੈਗੇ, ਹਾਲਾਂਕਿ 25 ਤਰੀਕ ਦੀ ਦੇਰ ਰਾਤ ਸਟੇਜ ਦੇ ਉੱਤੇ ਕੁਝ ਜਿਹੜੇ ਇਹ ਨੌਜਵਾਨ ਨੇਤਾ ਸੀਗੇ, ਅੱਤਵਾਦੀ ਜਿਨ੍ਹਾਂ ਨੇ ਖਿਆਲ ਸੀਗੇ, ਜਿਨ੍ਹਾਂ ਦੇ ਗਰਮ ਦਲੀਏ ਜੇ ਇੱਕ ਮੈਨੂੰ ਲੱਗਦਾ ਕਿ ਇੱਕ ਜ਼ਿਆਦਾ ਵਾਜਬ ਸ਼ਬਦ ਹੋਏਗਾ ਕਿ ਇਹਨਾਂ ਨੇ ਕਬਜ਼ਾ ਕਰ ਲਿੱਤਾ ਸੀ। ਔਰ ਅਗਲੇ ਦਿਨ ਦੁਬਾਰਾ ਤੋਂ ਜਦੋਂ 27 ਤਰੀਕ ਨੂੰ, ਮਤਲਬ 26 ਜਨਵਰੀ ਤੋਂ ਬਾਅਦ ਕਿਸਾਨ ਨੇਤਾ ਆਏ ਔਰ ਉਹਨਾਂ ਨੇ ਆ ਕੇ ਆਪਣੀਆਂ ਤਕਰੀਰਾਂ ਕੀਤੀਆਂ, ਔਰ ਸਾਰੇ ਦਾ ਸਾਰਾ ਜਿਹੜਾ ਠੀਕਰਾ ਸੀਗਾ ਉਹ ਇਸ ਅਦਾਕਾਰ ਦੇ ਉੱਪਰ, ਔਰ ਇੱਕ ਜਿਹੜੀ ਅੰਮ੍ਰਿਤਸਰ ਸਾਈਡ ਦੀ ਇੱਕ ਜਥੇਬੰਦੀ ਹੈਗੀ ਹੈ, ਸਤਨਾਮ ਸਿੰਘ ਪੰਨੂ ਦੇ ਜਿਹੜੇ ਸਰਵਣ ਸਿੰਘ ਪੰਧੇਰ ਹੈਗੇ ਆ, ਉਹਨਾਂ ਦੀ ਜਥੇਬੰਦੀ, ਔਰ ਨਾਲ ਹੀ ਇਸ ਫਿਲਮੀ ਅਦਾਕਾਰ ਦੇ ਉੱਤੇ ਸਾਰੀ ਦੀ ਸਾਰੀ ਜ਼ਿੰਮੇਵਾਰੀ ਪਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਪਰ ਦੋਸਤੋ ਇਹ ਸਾਰੀਆਂ ਗੱਲਾਂ ਤਾਂ ਠੀਕ ਹੈਗੀਆਂ, ਇਹ ਘਟਨਾਕ੍ਰਮ ਜਿਹੜਾ ਹੈਗਾ ਸਾਰੇ ਤੁਸੀਂ ਜਾਣਦੇ ਹੀ ਹੈਗੇ ਆ। ਪਰ ਹੁਣ ਜਿਹੜੀ ਸਿਚੁਏਸ਼ਨ ਸੀਗੀ ਉਹ ਇਹ ਸੀਗੀ ਦੋਸਤੋ, ਜੇ ਅਸੀਂ ਜੇ ਰਾਜਨੀਤੀ ਉਸੇ ਹੀ ਚਾਲ ਦੇ ਵਿੱਚ ਚੱਲਦੀ ਤਾਂ ਸਿਚੁਏਸ਼ਨ ਕੀ ਹੋਣੀ ਸੀ। ਕੱਲ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਔਰ ਰਾਸ਼ਟਰਪਤੀ ਸਾਹਿਬ ਜਿਹੜੇ ਆ ਸਾਡੇ ਮਾਨਯੋਗ ਰਾਸ਼ਟਰਪਤੀ, ਉਹਨਾਂ ਨੇ ਇਸ ਜਿਹੜੇ ਸੈਸ਼ਨ ਨੂੰ ਦੀ ਸ਼ੁਰੂਆਤ ਦੇ ਉੱਤੇ ਪਾਰਲੀਮੈਂਟ ਦੇ ਦੋਨਾਂ ਸਦਨਾਂ ਨੂੰ ਸਾਂਝਾ ਸੰਬੋਧਨ ਕਰਨਾ ਹੈਗਾ। ਔਰ ਇਹ ਜਿਹੜਾ ਸਿਸਟਮ ਸੀਗਾ ਉਹ, ਕਿਉਂਕਿ ਰਾਜਨੀਤਿਕ ਪਾਰਟੀਆਂ, ਕਾਂਗਰਸ ਔਰ ਬਾਕੀ ਜਿਹੜੀਆਂ ਪਾਰਟੀਆਂ ਹੈਗੀਆਂ ਵਿਰੋਧੀ ਦਲ, ਉਹ ਇਸ ਵੇਲੇ ਕਿਸਾਨਾਂ ਦੇ ਪੱਖ ਵਿੱਚ ਆ ਰਹੇ ਸੀਗੇ। ਹਾਲਾਂਕਿ ਪਹਿਲਾਂ ਉਹਨਾਂ ਨੂੰ ਆਉਣਾ ਚਾਹੀਦਾ ਸੀਗਾ, ਪਹਿਲਾਂ ਉਹਨਾਂ ਨੇ ਕੁਝ ਵੀ ਨਹੀਂ ਐਸਾ ਕੀਤਾ। ਲੇਕਿਨ ਹੁਣ ਚਲੋ ਦੇਰ ਆਏ ਦਰੁਸਤ ਆਏ ਵਾਲੀ ਗੱਲ ਕਿ ਰਾਜਨੀਤੀ ਦੇ ਹਿਸਾਬ ਦੇ ਨਾਲ ਜਦੋਂ ਅਸੀਂ ਗੱਲ ਕਰਦੇ, ਕਿਉਂਕਿ ਬਜਟ ਪੇਸ਼ ਹੋਣਾ ਹੈਗਾ, ਔਰ ਬਜਟ ਦੇ ਤੋਂ ਪਹਿਲਾਂ ਜਿਹੜਾ ਇੱਕ ਕਿਸਾਨਾਂ ਦੀ ਮੰਗ ਨੂੰ ਲੈ ਕੇ ਜੋ ਲੱਗਦਾ ਸੀਗਾ ਕਿ ਪਾਰਲੀਮੈਂਟ ਦੇ ਵਿੱਚ ਜਿਹੜੀ ਹੈ ਹੰਗਾਮਾ ਹੋਏਗਾ, ਐਕਸਪੈਕਟਡ ਹੀ ਹੈਗਾ। ਕਿਉਂਕਿ ਤੁਹਾਨੂੰ ਇਸ ਗੱਲ ਦਾ ਵੀ, ਸਾਨੂੰ ਬੜੇ ਸਾਰੇ ਲੋਕ ਜਿਹੜੇ ਆ ਇਹ ਗੱਲ ਕਹਿ ਰਹੇ ਆ ਕਿ ਪਾਰਲੀਮੈਂਟ ਦਾ ਜਿਹੜਾ ਵਿੰਟਰ ਸੈਸ਼ਨ ਸੀਗਾ ਉਹ ਅਸੀਂ ਨਹੀਂ ਕੀਤਾ, ਸਰਕਾਰ ਨੇ ਇਸ ਡਰ ਤੋਂ ਨਹੀਂ ਕੀਤਾ ਕਿ ਪਾਰਲੀਮੈਂਟ ਦੇ ਵਿੱਚ ਹੰਗਾਮਾ ਹੋਏਗਾ ਇਹਨਾਂ ਤਿੰਨੋਂ ਬਿੱਲਾਂ ਨੂੰ ਲੈ ਕੇ, ਔਰ ਉਸ ਹੰਗਾਮੇ ਨੂੰ ਜਿਹੜਾ ਕਾਬੂ 'ਚ ਰੱਖ ਪਾਣਾ, ਜਾਂ ਉਸ ਹੰਗਾਮੇ ਤੋਂ ਜੋ ਮੈਸੇਜ ਆਏਗਾ ਉਹ ਮੈਸੇਜ ਜਿਹੜਾ ਹੈਗਾ ਸਰਕਾਰ ਦੇ ਖਿਲਾਫ ਹੋ ਸਕਦਾ ਹੈ। ਇਸ ਕਰਕੇ ਪਰ ਹੁਣ ਕਿਉਂਕਿ ਇਹ ਬਜਟ ਸੈਸ਼ਨ ਤਾਂ ਹੋਣਾ ਹੀ ਹੋਣਾ ਸੀਗਾ, ਕੋਵਿਡ ਦੀਆਂ ਜਿਹੜੀਆਂ ਸਿਚੁਏਸ਼ਨਸ ਹੈਗੀਆਂ, ਕੋਵਿਡ ਨੇ ਜਿੱਦਾਂ ਸਾਡੀ ਆਰਥਿਕਤਾ ਦੇ ਉੱਤੇ ਮਾਰ ਕੀਤੀ ਹੈਗੀ ਹੈ, ਤਾਂ ਉਹਨੂੰ ਕਾਬੂ ਦੇ ਵਿੱਚ ਕਰਨ ਵਾਸਤੇ ਪਾਲਿਸੀ ਦਾ ਨਿਰਮਾਣ ਤਾਂ ਹੋਣਾ ਹੀ ਹੋਣਾ ਸੀਗਾ। ਔਰ ਇਸ ਕਰਕੇ ਇਹ ਜਿਹੜਾ ਬਜਟ ਸੈਸ਼ਨ ਸੀਗਾ ਇਹਦੇ ਵਿੱਚ ਕਾਫੀ ਕੁਝ ਜਿਹੜਾ ਕਿਸਾਨ ਪੱਖੀ ਹੋਣ ਦੀ ਜਿਹੜੀ ਸੀ ਉਮੀਦ ਸੀਗੀ। ਲੇਕਿਨ ਇੱਕਦਮ ਜਿਹੜੀ ਸਿਆਸਤ ਨੇ ਆਪਣੀ ਚਾਲ ਪਲਟੀ, ਔਰ ਜਿਹੜੇ ਜਿੱਥੇ ਤਾਂ ਜਿਹੜੀਆਂ ਵਿਰੋਧੀ ਦਲ ਸੀਗੇ ਉਹ ਉਮੀਦ ਸੀਗੀ ਕਿ ਉਹ ਬਹੁਤ ਹੀ ਅਗਰੈਸਿਵ ਹੋਣਗੇ ਤੇ ਕਿਸਾਨਾਂ ਦੀ ਸਪੋਰਟ ਦੇ ਵਿੱਚ ਉਹਨਾਂ ਨੇ ਅਗਰੈਸਿਵ ਹੋ ਕੇ ਬੋਲਣਾ ਸੀਗਾ, ਤੇ ਸਰਕਾਰ ਜਿਹੜੀ ਸੀਗੀ ਉਹਨੇ ਡਿਫੈਂਸਿਵ ਮੋਡ ਦੇ ਵਿੱਚ ਜਾਣਾ ਸੀ। ਪਰ ਹੁਣ ਇਹ ਇੱਕਦਮ ਲੱਗਦਾ ਹੈਗਾ ਕਿ ਸਰਕਾਰ ਜਿਹੜੀ ਹੈਗੀ ਹੈ ਉਹ ਓਫੈਂਸਿਵ ਦੇ ਉੱਤੇ ਹੋਏਗੀ, ਔਰ ਜਿਹੜੇ ਵਿਰੋਧੀ ਧਿਰ ਹੈਗੇ ਆ ਉਹ ਡਿਫੈਂਸਿਵ ਦੇ ਉੱਤੇ ਹੋਣਗੇ, ਡਿਫੈਂਸਿਵ ਮੋਡ ਦੇ ਵਿੱਚ ਹੋਣਗੇ। ਕਿਉਂਕਿ ਜਦੋਂ ਵੀ ਇਹ ਗੱਲ ਕਿਸਾਨਾਂ ਦੀ ਗੱਲ ਕਰਨਗੇ ਤਾਂ ਸਰਕਾਰ ਇਹ ਕਹੇਗੀ ਲਾਲ ਕਿਲੇ ਵਾਲੀ ਘਟਨਾ ਲੈ ਕੇ ਕਿ ਤਿਰੰਗੇ ਦਾ ਜਿਹੜਾ ਉਹਨਾਂ ਨੇ ਨੈਸ਼ਨਲ ਫਲੈਗ ਦਾ ਅਪਮਾਨ ਕੀਤਾ, ਦੇਸ਼ ਦਾ ਅਪਮਾਨ ਕੀਤਾ, ਇਹ ਉਪਦਰਵੀ ਨੇ, ਇਹ ਕਿਸਾਨ ਨਹੀਂ ਹੈਗੇ।
ਔਰ ਜੋ ਉਹਨਾਂ ਨੇ ਦਿੱਲੀ ਦੇ ਵਿੱਚ ਕੀਤਾ ਹੈਗਾ, ਉਹ ਸਾਰਾ ਕੁਝ ਜਿਹੜਾ ਉਹ ਕਿਸਾਨਾਂ ਦੀ ਜਿਹੜੀ ਜਿਹਨੂੰ ਅਸੀਂ ਗੱਲ ਕਹਿੰਦੇ ਹੈਗੇ ਕਿ ਜਿਹੜੀ ਇੱਕ ਜਿਸ ਫਿਲਾਸਫੀ ਨੂੰ ਲੈ ਕੇ ਉਹ ਪ੍ਰਦਰਸ਼ਨ ਕਰ ਰਹੇ ਸੀਗੇ, ਉਹਦੇ ਬਿਲਕੁਲ ਹੀ ਉਹ ਉਲਟ ਹੋ ਰਿਹਾ ਸੀਗਾ। ਔਰ ਬੜੇ ਸਾਰੇ ਜਿਹੜੇ ਕਿਸਾਨ ਨੇਤਾ ਹੈਗੇ ਉਹਨਾਂ ਨੇ ਇਹ ਵੀ ਦੋਸ਼ ਲਾਇਆ ਹੈਗਾ ਕਿ ਕੁਝ ਵੀ ਐਸਾ ਨਹੀਂ ਹੋਇਆ, ਜੋ ਹੋਇਆ ਉਹ ਐਂਟੀਸਪੇਟਡ ਸੀ, ਸਾਨੂੰ ਪਤਾ ਸੀਗਾ ਕਿ ਇਹ ਹੋ ਸਕਦਾ, ਸਰਕਾਰ ਜਿਹੜੀ ਹੈ ਉਹ ਇਹ ਕਰਾ ਰਹੀ ਹੈ ਔਰ ਇਹ ਕਰਵਾ ਸਕਦੀ ਹੈਗੀ ਹੈ। ਔਰ ਇਸੇ ਤਰੀਕੇ ਦੇ ਨਾਲ ਜਿਵੇਂ ਜਿਸ ਤਰੀਕੇ ਇਹ ਵੀ ਦੋਸ਼ ਲੱਗੇ ਕਿ ਜਿਹੜੇ ਸਰਵਣ ਸਿੰਘ ਪੰਧੇਰ ਤੇ ਸਤਨਾਮ ਸਿੰਘ ਪੰਨੂ ਦਾ ਗਰੁੱਪ ਔਰ ਨਾਲ ਇਹ ਅਦਾਕਾਰ ਜਿਹੜੇ ਸੀਗੇ, ਇਹਨਾਂ ਨੂੰ ਸਵੇਰੇ ਸਵੇਰੇ 7 ਵਜੇ ਹੀ ਜਿਹੜਾ ਹੈ ਉਹ ਜਾਣ ਦੇ ਦਿੱਤਾ ਗਿਆ। ਇਹ ਅੱਗੇ ਲੱਗੇ ਜਦੋਂ ਕਿਸਾਨ ਕਿਉਂਕਿ ਕਿਸਾਨਾਂ ਦਾ ਜਿਹੜਾ ਅਸਲੀ ਜਿਹੜੀ ਕਿਸਾਨ ਸੰਘਰਸ਼ ਮੋਰਚਾ ਹੈਗਾ, ਸੰਯੁਕਤ ਮੋਰਚਾ ਜਿਹੜਾ ਕਿਸਾਨਾਂ ਦਾ, ਉਹਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਸੀ ਕਿ 10 ਵਜੇ ਤੋਂ ਅਸੀਂ ਜਿਹੜਾ ਆਪਣਾ ਮਾਰਚ ਸ਼ੁਰੂ ਕਰਾਂਗੇ, ਔਰ ਉਸ ਵੇਲੇ ਤੱਕ ਇਹ ਸਾਰੇ ਦੇ ਸਾਰੇ ਅੱਗੇ ਲੱਗ ਚੁੱਕੇ ਹੋਏ ਸੀਗੇ। ਔਰ ਜਿਸ ਤਰੀਕੇ ਦੇ ਨਾਲ ਉਹ ਅੱਗੇ ਲੱਗੇ ਹੋਏ ਉਹਨੂੰ ਤੋੜ ਰਹੇ ਸੀਗੇ, ਉਸੇ ਤਰੀਕੇ ਦੇ ਨਾਲ ਹੀ ਉਹਨਾਂ ਨੂੰ ਤੁਰਨਾ ਪਿਆ, ਜਾਂ ਉੱਥੋਂ ਬੜੇ ਸਾਰੇ ਜਿਹੜੇ ਟਰੈਕਟਰ ਸੀਗੇ ਉਹ ਤੁਰ ਵੀ ਨਹੀਂ ਸਕੇ ਹੈਗੇ। ਅਜਿਹੀਆਂ ਵੀ ਰਿਪੋਰਟਾਂ ਜਿਹੜੀਆਂ ਹੈਗੀਆਂ ਉਹ ਆਈਆਂ ਹੈਗੀਆਂ। ਪਰ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਉਹ ਇਹ ਕਿ ਇਸ ਕੇਓਸ ਦੇ ਵਿੱਚ ਜੋ ਉਸ ਦਿਨ 26 ਜਨਵਰੀ ਵਾਲੇ ਦਿਨ ਦਿੱਲੀ ਦੀਆਂ ਸੜਕਾਂ ਦੇ ਉੱਤੇ ਸੀਗਾ, ਮੁੱਦਾ ਗਵਾਚ ਗਿਆ। ਜਿਹੜਾ ਮੇਨ ਮੁੱਦਾ ਜਿਸ ਨੂੰ ਲੈ ਕੇ ਇਹ ਸਾਰੇ ਦਾ ਸਾਰਾ ਸੰਘਰਸ਼ ਹੋ ਰਿਹਾ ਸੀਗਾ, ਉਹ ਮੁੱਦਾ ਜਿਹੜਾ ਹੈਗਾ ਉਹ ਪਿੱਛੇ ਛੁੱਟ ਗਿਆ। ਸਿਰਫ 10,000 ਦੇ ਆਸ-ਪਾਸ ਬੰਦੇ ਸੀਗੇ, ਅਸੀਂ ਜੇ ਵੱਧ ਤੋਂ ਵੱਧ ਲਗਾਈਏ, ਜਿਹੜੇ ਲਾਲ ਕਿਲੇ ਦੇ ਉੱਤੇ ਪਹੁੰਚੇ ਔਰ ਲਾਲ ਕਿਲੇ ਦੇ ਉੱਤੇ ਉਹਨਾਂ ਨੇ ਜਾ ਕੇ ਉਪਦਰਵ ਕੀਤਾ ਹੈਗਾ। ਅਸੀਂ ਉਹਦੀ ਨਿੰਦਾ ਕਰਦੇ ਹੈਗੇ ਹਾਂ, ਕਿਉਂਕਿ ਕੁਝ ਵੀਡੀਓਜ਼ ਅਜਿਹੀਆਂ ਵੀ ਹੈਗੀਆਂ ਜਿਸ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਅਜਿਹੀਆਂ ਗੱਲਾਂ ਬੋਲੀਆਂ ਜਾ ਰਹੀਆਂ ਹੈਗੀਆਂ ਜਿਹੜੀਆਂ ਨਹੀਂ ਬੋਲੀਆਂ ਜਾਣੀਆਂ ਚਾਹੀਦੀਆਂ ਸੀਗੀਆਂ। ਜਿੱਥੇ ਜ਼ਾਬਤੇ ਦੀ ਜ਼ਰੂਰਤ ਸੀਗੀ, ਉਹ ਜ਼ਾਬਤਾ ਜਿਹੜਾ ਹੈਗਾ ਉਹ ਛੱਡ ਦਿੱਤਾ ਗਿਆ। ਔਰ ਜਿਵੇਂ ਸਿੱਖ ਧਰਮ ਦੇ ਨਾਲ ਵੀ ਇਹ ਗੱਲ ਜੋੜੀ ਗਈ ਹੈਗੀ ਹੈ। ਸਿੱਖ ਧਰਮ ਦੇ ਜਿਵੇਂ ਸਿੱਖ ਧਰਮ ਦਾ ਜਿਹੜਾ ਹੈਗਾ ਨਿਸ਼ਾਨ ਲਗਾਇਆ ਗਿਆ, ਔਰ ਇਹਨੂੰ ਵੀ ਇੱਕ ਅਟੈਂਪਟ ਦੇ ਤੌਰ ਦੇ ਉੱਤੇ ਦੇਖਿਆ ਜਾ ਸਕਦਾ ਹੈਗਾ ਕਿ ਇਹਨੂੰ ਜਿਹੜੀ ਹੈ ਧਾਰਮਿਕ ਰੰਗਤ ਦੇਣ ਦੀ ਜਿਹੜੀ ਕੋਸ਼ਿਸ਼ ਹੈਗੀ ਆ ਉਹ ਇਹਦੇ ਵਿੱਚ ਕੀਤੀ ਗਈ ਹੈਗੀ ਹੈ। ਪਰ ਦੂਜੇ ਪਾਸੇ ਜਿਹੜੇ 80% ਤੋਂ ਵੱਧ ਜਿਹੜੇ ਕਿਸਾਨ ਸੀਗੇ, 90% ਕਿਸਾਨ ਸੀਗੇ, ਜਿਹੜੀ ਉਹਨਾਂ ਨੇ ਪਰੇਡ ਕੀਤੀ ਹੈਗੀ ਹੈ ਦਿੱਲੀ ਦੀਆਂ ਸੜਕਾਂ ਦੇ ਉੱਪਰ, ਜਿਸ ਡਿਸਿਪਲਿਨ ਦਾ ਉਹਨਾਂ ਨੇ ਮੁਜ਼ਾਹਰਾ ਕੀਤਾ ਹੈਗਾ, ਉਸ ਡਿਸਿਪਲਿਨ ਦੇ ਬਾਰੇ ਚ, ਉਸ ਰੈਲੀ ਦੇ ਬਾਰੇ ਚ, ਜੋ ਕਿਸਾਨਾਂ ਦੀ ਅਸਲੀ ਪਰੇਡ ਸੀਗੀ ਉਹਦੇ ਬਾਰੇ ਵਿੱਚ ਕੋਈ ਵੀ ਗੱਲ ਨਹੀਂ ਕਰ ਰਿਹਾ। ਔਰ ਜਿਹੜਾ ਮੀਡੀਆ ਇਸ ਵੇਲੇ ਨੈਸ਼ਨਲ ਮੀਡੀਆ ਇੱਕ ਵਾਰੀ ਫੇਰ ਇੰਨਾ ਕੁ ਸਰਗਰਮ ਹੋ ਗਿਆ ਕਿ ਅੱਜ ਦੀ ਜਿਹੜੀ ਨੈਸ਼ਨਲ ਮੀਡੀਆ ਦੀ ਜਿਹੜੀ ਖਾਸ ਉਹਨਾਂ ਨੇ ਜਿਹੜਾ ਕੈਂਪੇਨ ਚਲਾਇਆ ਹੋਇਆ ਉਹ ਇਹ ਕਿ ਕਿਸਾਨਾਂ ਨੂੰ ਬਾਰਡਰ ਤੋਂ ਹਟਾਇਆ ਜਾਏ। ਔਰ ਜ਼ੋਰ ਦੇ ਨਾਲ, ਪੂਰੇ ਜ਼ੋਰ ਦੇ ਨਾਲ ਉਹ ਇਹ ਗੱਲ ਜਿਹੜੀ ਹੈਗੀ ਆ ਉਹ ਬਾਰ-ਬਾਰ ਕਹਿ ਰਹੇ ਹੈਗੇ ਆ ਕਿ ਦਿੱਲੀ ਦੇ ਜਿਹੜੇ ਲੋਕ ਹੈ ਉਹ ਇਹ ਡਿਮਾਂਡ ਕਰ ਰਹੇ ਹੈਗੇ ਆ, ਉਹ ਲੋਕ ਜਿਨ੍ਹਾਂ ਨੇ ਕਿਸਾਨਾਂ ਦੇ ਜਿਹੜਾ ਜਲੂਸ ਸੀਗਾ, ਕਿਸਾਨਾਂ ਦਾ ਜਿਹੜਾ ਪ੍ਰੋਟੈਸਟ ਸੀਗਾ, ਉਹਦੇ ਉੱਤੇ ਫੁੱਲਾਂ ਦੀ ਬਰਸਾਤ ਕੀਤੀ ਸੀਗੀ, ਉਹ ਅੱਜ ਇਹ ਡਿਮਾਂਡ ਕਰਨ ਲੱਗੇ ਹੈਗੇ ਆ ਕਿ ਇਹ ਅੰਦੋਲਨ ਜਿਹੜਾ ਹੈਗਾ ਉਹ, ਕਿਉਂਕਿ ਤਿਰੰਗੇ ਦਾ ਜਿਹੜਾ ਅਪਮਾਨ ਹੈਗਾ ਉਹਨੂੰ ਬਰਦਾਸ਼ਤ ਨਹੀਂ ਕਰ ਸਕਦੇ, ਇਸ ਕਰਕੇ ਉਹ ਹਟ ਰਹੇ ਹੈਗੇ ਆ। ਔਰ ਇਹ ਵੀ ਬੜਾ ਜ਼ੋਰ ਸ਼ੋਰ ਦੇ ਨਾਲ ਪ੍ਰਚਾਰਿਆ ਗਿਆ ਕਿ ਉੱਥੋਂ ਦੀ ਟਰਾਲੀਜ਼ ਜਿਹੜੀਆਂ ਹੈਗੀਆਂ ਜਾਂ ਕਿਸਾਨ ਜਿਹੜੇ ਹੈਗੇ ਆ ਉਹ ਇੰਨੇ ਨਿਰਾਸ਼ ਹੋ ਗਏ ਕਿ ਉਹ ਹੁਣ ਵਾਪਸ ਜਾ ਰਹੇ ਹੈਗੇ। ਪਰ ਸੱਚਾਈ ਇਹੀ ਹੈ ਦੋਸਤੋ ਕਿ ਹਾਲੀ ਵੀ ਉੱਥੇ ਜਿਹੜੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਟਿਕਰੀ ਬਾਰਡਰ ਦੇ ਉੱਤੇ ਔਰ ਜਿਹੜਾ ਸਿੰਘੂ ਬਾਰਡਰ ਹੈਗਾ ਉੱਥੇ ਹੈਗੇ ਆ। ਗਾਜ਼ੀਪੁਰ ਬਾਰਡਰ ਦੇ ਵਿੱਚ ਅੱਜ ਇਹ ਵੀ ਖਬਰਾਂ ਚੱਲ ਰਹੀਆਂ ਨੇ ਕਿ ਉਹਨਾਂ ਨੂੰ ਇਹ ਗੱਲ ਕਹੀ ਜਾ ਰਹੀ ਹੈਗੀ ਕਿ ਬਾਰਡਰ ਖਾਲੀ ਕਰ ਦਿਓ, ਨਹੀਂ ਤਾਂ ਉੱਥੇ ਵਾਟਰ ਕੈਨਨ ਔਰ ਬਾਕੀ ਦਾ ਜਿਹੜਾ ਅਰੇਂਜਮੈਂਟ ਹੈਗਾ ਉਹ ਆ ਰਿਹਾ। ਉੱਥੇ ਉਹਨਾਂ ਨੇ ਸਰਕਾਰ ਵੱਲੋਂ, ਪੁਲਿਸ ਵੱਲੋਂ ਕੀਤਾ ਗਿਆ ਬੰਦੋਬਸਤ। 15 ਜਿਹੜੀਆਂ ਕੰਪਨੀਆਂ ਹੈਗੀਆਂ ਐਕਸਟਰਾ ਪੈਰਾਮਿਲਟਰੀ ਫੋਰਸਿਸ ਦੀਆਂ, ਉਹਨਾਂ ਨੂੰ ਬੁਲਾਇਆ ਗਿਆ ਹੈਗਾ ਔਰ ਜਿਹੜੇ ਸੁਰੱਖਿਆ ਪ੍ਰਬੰਧ ਹੈਗੇ ਆ ਉਹ ਕਰੜੇ ਕੀਤੇ ਗਏ ਆ। ਪੁਲਿਸ ਕਮਿਸ਼ਨਰ ਜਾਂ ਪੁਲਿਸ ਅਫਸਰ ਇਹ ਗੱਲ ਕਹਿ ਰਹੇ ਹੈਗੇ ਆ ਆਪਣੇ ਜਵਾਨਾਂ ਨੂੰ ਕਿ ਕਿਸਾਨਾਂ ਦਾ ਡਟ ਕੇ ਜਿਹੜਾ ਹੈਗਾ ਉਹਨਾਂ ਨੇ ਮੁਕਾਬਲਾ ਕਰਨਾ ਹੈਗਾ, ਕਿਤੇ ਵੀ ਢਿੱਲ ਜਿਹੜੀ ਹੈਗੀ ਉਹ ਨਹੀਂ ਦੇਣੀ। ਸੋ ਇਸ ਤਰੀਕੇ ਦੇ ਜਿਹੜੇ ਇਸ ਵੇਲੇ ਹਾਲਾਤ ਹੈਗੇ ਆ ਉਹ ਬਣੇ ਹੋਏ ਹੈਗੇ ਆ। ਪਰ ਇਹਦੇ ਵਿੱਚ ਜਿਹੜਾ ਸਭ ਤੋਂ ਵੱਡੀ ਗੱਲ ਸੀਗੀ ਉਹ ਇਹ ਕਿ ਵਿਰੋਧੀ ਪਾਰਟੀਆਂ ਦਾ ਜਦੋਂ ਪਾਰਲੀਮੈਂਟ ਸੈਸ਼ਨ ਹੋਣਾ ਹੈਗਾ ਉਹਨਾਂ ਦੇ ਉੱਤੇ ਓਫੈਂਸਿਵ ਹੋਣਗੀਆਂ, ਜਿਹੜੀ ਸਰਕਾਰੀ ਧਿਰ ਹੈਗੀ ਆ ਉਹ ਭਾਰੂ ਹੋਏਗੀ, ਓਫੈਂਸਿਵ ਹੋ ਕੇ ਉਹਨਾਂ ਨੂੰ ਕਾਊ ਡਾਊਨ ਕਰਨ ਦੀ ਜਿਹੜੀ ਹੈਗੀ ਆ ਉਹ ਕੋਸ਼ਿਸ਼ ਕਰੇਗੀ। ਪਰ ਲੱਗਦਾ ਕਿ ਇਸ ਥਾਂ ਦੇ ਉੱਤੇ ਜਿਸ ਗੱਲ ਦੀ ਜ਼ਰੂਰਤ ਸੀਗੀ ਇਹ ਗੱਲ ਕਹਿਣ ਦੀ ਕਿ ਬੇਸ਼ੱਕ ਇਹ ਜਿਹੜਾ ਉਪਦਰਵ ਹੋਇਆ ਹੈਗਾ ਇਹ ਕਰਵਾਇਆ ਕਿਸਨੇ ਹੈ, ਕਿਉਂਕਿ ਇਸ ਗੱਲ ਦੇ ਵੀ ਜਿਹੜੇ ਹੈ ਆਪਣੇ ਕਿਸਾਨ ਜਿਹੜੇ ਸਬੂਤ ਦੇ ਰਹੇ ਹੈਗੇ ਆ ਉਹ ਬਾਰ-ਬਾਰ ਕਹਿ ਰਹੇ ਹੈਗੇ ਕਿ ਪੁਲਿਸ ਨੇ ਜਾਣਬੁੱਝ ਕੇ ਉਹਨਾਂ ਨੂੰ ਲਾਲ ਕਿਲੇ ਵੱਲ ਮੋੜਿਆ। ਅਸੀਂ ਤਾਂ ਕਿਸੇ ਦਾ ਵੀ ਜਿਹੜਾ ਸੀ ਲਾਲ ਕਿਲੇ ਦੇ ਉੱਤੇ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀਗਾ। ਸਰਵਣ ਸਿੰਘ ਪੰਧੇਰ, ਸਤਨਾਮ ਸਿੰਘ ਪੰਨੂ ਵੀ ਇਹੀ ਗੱਲ ਕਹਿ ਰਹੇ ਹੈਗੇ
ਕਿ ਕਿਸੇ ਦਾ ਜਿਹੜਾ ਸੀਗਾ ਲਾਲ ਕਿਲੇ ਜਾਣ ਦੀ ਤਾਂ ਅਸੀਂ ਸਿਰਫ ਰਿੰਗ ਰੋਡ ਤੱਕ ਜਾਣ ਦੀ ਹੀ ਅਸੀਂ ਗੱਲ ਕੀਤੀ ਸੀਗੀ। ਸੋ ਉਸ ਦੇ ਨਾਲ ਦੂਸਰੀ ਗੱਲ ਜਿਹੜੀ ਸਾਹਮਣੇ ਆ ਰਹੀ ਹੈਗੀ ਉਹ ਇਹ ਕਿ ਹੁਣ ਜਿਹੜੀ ਵਿਰੋਧੀ ਪਾਰਟੀਆਂ ਹੈਗੀਆਂ ਉਹਨਾਂ ਨੇ ਰਾਸ਼ਟਰਪਤੀ ਦੇ ਭਾਸ਼ਣ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈਗਾ। ਸੋ ਇਹ ਇੱਕ ਵੱਡੀ ਡਿਵੈਲਪਮੈਂਟ ਹੈਗੀ ਹੈ ਕਿ ਜਿਹੜੀ ਸਰਕਾਰ ਨੇ ਇੱਕ ਵਾਰ ਅਜਿਹਾ ਜਿਵੇਂ ਲੱਗ ਰਿਹਾ ਸੀਗਾ ਕਿ ਸ਼ਾਇਦ ਹੁਣ ਸਰਕਾਰ ਜਿਹੜੀ ਆ ਉਹ ਭਾਰੂ ਹੋ ਜਾਏਗੀ, ਪਰ ਕਿਸਾਨਾਂ ਦਾ ਜਿਹੜਾ ਮੋਰਾਲ ਹੈਗਾ ਬੇਸ਼ੱਕ ਲੋ ਹੈ, ਪਰ ਫਿਰ ਵੀ ਅਜਿਹਾ ਜਿਹੜਾ ਹੈਗਾ ਜਾਪਦਾ, ਕਿਉਂਕਿ ਅਸੀਂ ਖੁਦ ਮੈਂ ਆਪ ਪਿੰਡਾਂ ਦੇ ਵਿੱਚ ਜਾ ਕੇ ਮਾਹੌਲ ਜਿਹੜਾ ਦੇਖਿਆ ਹੈਗਾ ਕਿ ਕਿਸਾਨ ਨਿਰਾਸ਼ ਨੇ, ਪਰ ਦੂਜੇ ਪਾਸੇ ਉਹਨਾਂ ਨੇ ਹਜੇ ਵੀ ਸੰਘਰਸ਼ ਨੂੰ ਤਿਆਗਣ ਦੀ ਜਿਹੜੀ ਹੈਗੀ ਹੈ ਉਹ ਗੱਲ ਨਹੀਂ ਕਰ ਰਹੇ ਹੈਗੇ। ਉਹ ਇਹੀ ਕਹਿ ਰਹੇ ਨੇ ਕਿ ਅਸੀਂ ਲੜਾਂਗੇ, ਔਰ ਕਿਉਂਕਿ ਇਹ ਜਿਹੜਾ ਪ੍ਰਸ਼ਨ ਹੈਗਾ ਉਹ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਪ੍ਰਸ਼ਨ ਹੈਗਾ। ਇਹ ਕਨਵਿੰਸਡ ਹੈ ਕਿਸਾਨ ਕਿ ਸਾਡੀ ਜਿਹੜੀ ਮੰਗ ਹੈਗੀ ਹੈ, ਬੇਸ਼ੱਕ ਉਹਦੇ ਵਿੱਚ ਕੁਝ ਜਿਹੜੀਆਂ ਹੈਗੀਆਂ ਕਾਲੇ ਲੋਕ ਆ ਗਏ ਸੀਗੇ ਜਿਨ੍ਹਾਂ ਨੇ ਉਹਨਾਂ ਦੇ ਸੰਘਰਸ਼ ਨੂੰ ਢਾਹ ਲਾਈ ਹੈਗੀ, ਉਹਨਾਂ ਦਾ ਇਮੇਜ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ, ਪਰ ਫਿਰ ਵੀ ਜਿਹੜਾ ਉਹ ਲੜਾਈ ਜਿਹੜੀ ਹੈ ਉਹ ਜਾਰੀ ਰੱਖਣਗੇ। ਔਰ ਆਉਂਦੇ ਦਿਨਾਂ ਦੇ ਵਿੱਚ ਸਿਆਸਤ ਇੱਕ ਵਾਰੀ ਫਿਰ ਕਿਸ ਕਰਵਟ ਬੈਠ ਸਕਦੀ ਹੈ ਇਹ ਦੇਖਣਾ ਜਿਹੜਾ ਬਹੁਤ ਹੀ ਰੋਚਕ ਹੋਏਗਾ। ਜੀ ਹਾਂ, ਬਿਲਕੁਲ, ਜਦੋਂ ਸ਼ਤਰੰਜ ਦੀ ਚਾਲ ਵਾਂਗੂ ਜਿਹੜੀ ਹੈ ਇਹ ਸਿਆਸਤ ਉਹ ਇਸ ਵੇਲੇ ਚੱਲ ਰਹੀ ਹੈਗੀ ਹੈ, ਔਰ ਆਉਂਦੇ ਦਿਨਾਂ ਦੇ ਵਿੱਚ ਅਸੀਂ ਇੱਕ ਵਾਰੀ ਫਿਰ ਇਹ ਦੇਖਾਂਗੇ ਕਿ ਕਿਉਂਕਿ ਮੂਡ ਹੈ ਕਿ ਕਿਸਾਨ ਜਿਹੜੇ ਹੈਗੇ ਆ ਆਪਣੇ ਉਸ ਮੋਰਾਲ ਨੂੰ ਉਨਾ ਹੀ ਉੱਚਾ ਰੱਖ ਸਕਦੇ ਹੈਗੇ ਆ ਜਿੰਨਾ ਉੱਚਾ 26 ਜਨਵਰੀ ਤੱਕ ਉਹਨਾਂ ਦਾ ਮੋਰਾਲ ਸੀਗਾ। ਸੋ ਇੱਕ ਵੱਡਾ ਪ੍ਰਸ਼ਨ ਹੈਗਾ, ਪਰ ਕਿਉਂਕਿ ਅਸੀਂ ਕਿਸਾਨਾਂ ਨੂੰ ਜਾਣਦੇ ਹੈਗੇ ਆ ਕਿ ਉਹ ਕਿਸਾਨ ਜਿਹੜੇ ਨੇ ਜਿੰਨਾ ਉਹ ਸੰਘਰਸ਼ ਕਰਦੇ ਹੈਗੇ ਆ ਆਪਣੀ ਜ਼ਿੰਦਗੀ ਦੇ ਵਿੱਚ, ਜਿਵੇਂ ਮਸਲਨ ਆਮ ਹੀ ਉਹਨਾਂ ਨੂੰ ਜਿਹੜਾ ਸਾਹਮਣਾ ਕਰਨਾ ਪੈਂਦਾ ਹੈਗਾ ਕੁਦਰਤੀ ਆਫਤਾਂ ਦਾ। ਕਈ ਵਾਰੀ ਐਸੀ ਗੱਲ ਹੁੰਦੀ ਹੈਗੀ ਹੈ ਕਿ ਖੇਤ ਦੇ ਵਿੱਚ ਜਿਹੜੀ ਹੈ ਗੜੇਮਾਰੀ ਹੋ ਜਾਂਦੀ ਹੈ, ਸਾਰੇ ਦਾ ਸਾਰਾ ਖੇਤ ਜਿਹੜਾ ਉਹ ਤਬਾਹ ਹੋ ਜਾਂਦਾ ਹੈਗਾ ਤੇ ਬੜਾ ਅਫਸੋਸ ਹੁੰਦਾ ਪਰਿਵਾਰ ਨੂੰ। ਪਰ ਫਿਰ ਇੱਕਦਮ ਹੀ ਜਿਹੜਾ ਪਰਿਵਾਰ ਦਾ ਵੱਡਾ ਬਜ਼ੁਰਗ ਹੁੰਦਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ, ਠੀਕ ਹੈ, ਜੋ ਹੋਣਾ ਸੀ ਉਹ ਤਾਂ ਹੋ ਗਿਆ, ਕੋਈ ਨਾ ਕੋਈ ਤਾਂ ਜਿਹੜਾ ਪੌਦਾ ਹੈਗਾ ਉਹ ਬਚਿਆ ਹੀ ਹੋਏਗਾ ਤੇ ਆਪਾਂ ਜਿਹੜਾ ਜੋ ਬਚਿਆ ਹੈਗਾ ਉਹਨੂੰ ਸਾਂਭਣ ਦੀ ਕੋਸ਼ਿਸ਼ ਕਰੀਏ। ਤੇ ਜੇ ਇਹ ਸਪਿਰਿਟ ਜਿਹੜੀ ਹੈਗੀ ਹੈ, ਜੇ ਇਹ ਮਾਦਾ ਜਿਹੜਾ ਹੈਗਾ ਬਰਕਰਾਰ ਰਹਿੰਦਾ ਹੈਗਾ ਤੇ ਕਿਸਾਨ ਜਿਹੜਾ ਨੇ ਉਹ ਇੱਕ ਵਾਰੀ ਫੇਰ ਵਾਪਸੀ ਕਰਨਗੇ। ਔਰ ਦੇਖਣਾ ਇਹ ਹੋਏਗਾ ਕਿ ਕੀ ਉਹ ਇਸ ਗੱਲ ਦੀ ਫਿਰ ਦੁਬਾਰਾ ਤੋਂ ਇਹੀ ਗੱਲ ਕਹਿਣਗੇ ਕਿ ਜਿਹੜਾ ਸੰਘਰਸ਼ ਹੈਗਾ ਉਹ ਰਿਪੀਲ ਵਾਸਤੇ ਹੋਏ, ਜਾਂ ਵਿਚਕਾਰ ਜਾ ਕੇ ਜਿਹੜਾ ਇੱਕ ਜਿਹੜੀ ਐਗਜ਼ਿਟ ਜਿਸ ਤਰੀਕੇ ਦਾ ਪ੍ਰਸਤਾਵ ਜਿਹੜਾ ਹੈ ਉਹ ਸਰਕਾਰ ਦੇ ਰਹੀ ਸੀ ਕਿ ਉਹਨੂੰ ਮਨਜ਼ੂਰ ਕਰ ਲੈਣਗੇ। ਹੁਣ ਇਹ ਵੀ ਦੇਖਣਾ ਰੋਚਕ ਹੋਏਗਾ ਕਿ ਕੀ ਸਰਕਾਰ ਨੇ ਜਿਹੜਾ ਆਪਣਾ ਪ੍ਰਸਤਾਵ ਦਿੱਤਾ ਸੀਗਾ ਉਹ ਉਹਦੇ ਉੱਤੇ ਕਾਇਮ ਰਹਿੰਦੀ ਹੈ, ਜਾਂ ਉਹਨੂੰ ਇਹ ਲੱਗਦਾ ਹੈਗਾ ਕਿ ਹੁਣ ਸਾਡਾ ਜਿਹੜਾ ਹੈਗਾ ਪਲੜਾ ਭਾਰਾ ਹੋ ਚੁੱਕਾ ਹੋਇਆ ਤੇ ਅਸੀਂ ਫਿਰ ਉਸ ਪ੍ਰਸਤਾਵ ਦੇ ਬਾਰੇ ਚ ਹੁਣ ਕੋਈ ਗੱਲ ਨਹੀਂ ਕਰਦੇ, ਹੁਣ ਅੰਦੋਲਨ ਨੂੰ ਦੱਬਣ ਦੀ ਹੀ ਕੋਸ਼ਿਸ਼ ਕਰਦੇ ਹੈਗੇ ਆ। ਸੋ ਰਿਪਰੈਸ਼ਨ ਜਿਹੜਾ ਹੈਗਾ ਉਹ ਵੀ ਇੱਕ ਫਾਰਮੂਲਾ ਹੈਗਾ, ਤੇ ਪਰ ਦੂਜੇ ਪਾਸੇ ਇਹ ਵੀ ਗੱਲ ਜਿਹੜੀ ਹੈ ਮੈਨੂੰ ਕਹਿਣ ਦੇ ਵਿੱਚ ਕੋਈ ਹਿਚਕਿਚਾਹਟ ਨਹੀਂ ਹੈਗੀ ਕਿ ਪੂਰੀ ਦੁਨੀਆ ਦੇ ਵਿੱਚ ਕਿਸਾਨਾਂ ਦਾ ਜਿਹੜਾ ਅੰਦੋਲਨ ਹੈਗਾ ਉਹ ਕੋਈ ਵੀ ਸਰਕਾਰ ਕਦੇ ਵੀ ਦਬਾ ਨਹੀਂ ਸਕਦੀ। ਸੋ ਇਹ ਇੱਕ ਜਿਹੜੀ ਹੈ ਉਹ ਵੱਡੀ ਗੱਲ ਹੈਗੀ ਹੈ। तो सियासत किस करवट बैठेगी, क्योंकि किस करवट बैठूगी, किस मोड़ वाल नूं मुड़ेगी, किहड़ियां नवीं संभावनावां इहदे विचों नवें दिन दे नाल उभरनगियां। 30 तरीक नूं यानी जिहड़ा परसों दा दिन हैगा महात्मा गांधी दा शहादत दिवस है, उस दिन किसान नेतावां ने अपनी जिहड़ी गलतियां कीतियां हैगियां ਉਹਦੇ ਵਾਸਤੇ ਜਾਂ ਨੈਸ਼ਨਲ ਫਲੈਗ ਦਾ ਜਿਹੜਾ ਅਪਮਾਨ ਹੋਇਆ ਹੈਗਾ ਉਹਦੇ ਵਾਸਤੇ ਉਹਨਾਂ ਨੇ ਇੱਕ ਦਿਨ ਦਾ ਜਿਹੜਾ ਵਰਤ ਰੱਖਣਾ ਹੈਗਾ ਤੇ ਇਸ ਵਰਤ ਦੇ ਨਾਲ ਉਹਨਾਂ ਨੂੰ ਇਹ ਆਸ ਹੈ ਕਿ ਸ਼ਾਇਦ ਉਹ ਲੋਕਾਂ ਦੀ ਜਿਹੜੀਆਂ ਸੰਵੇਦਨਾਵਾਂ ਹੈਗੀਆਂ ਉਹ ਲੋਕਾਂ ਦੀ ਜਿਹੜੀ ਹਮਦਰਦੀ ਹੈਗੀ ਹੈ, ਜਿਹੜੀ ਪਹਿਲੋਂ ਉਹਨਾਂ ਦੇ ਉੱਤੇ ਜਿਹੜੇ ਲੋਕ ਫੁੱਲ ਵਰਸਾ ਰਹੇ ਸੀਗੇ ਤੇ ਕੁਝ ਲੋਕ ਜਿਹੜੇ ਨੇ ਉਹ ਜੇ ਉਹਨਾਂ ਤੋਂ ਬੇਮੁਖ ਵੀ ਹੋਏ ਹੈਗੇ ਤਾਂ ਉਹਨਾਂ ਨੂੰ ਇੱਕ ਵਾਰੀ ਫੇਰ ਉਹ ਆਪਣੇ ਵੱਲ ਜਿਹੜਾ ਉਹ ਖਿੱਚ ਕੇ ਲੈ ਕੇ ਆ ਜਾਣਗੇ। तो रोचक होएगा ये सब कुछ देखना और उम्मीद करते हैं कि जो कुछ भी होए वो साडे देश की बेहतरी वाल होए, बेहतरी वाल जिहड़ा साडे देश नूं लैके जाए, साडे समाज नूं बेहतरी वाल लैके जाए। और सियासत का जिहड़ा असली मकसद भी यही है कि लोकां नूं जिन्हों असीं कहंदे हैगे आ कि जिहड़े मनुख हैगे आ उन्हां नूं वधिया मनुख बनाना और जिहड़ियां समाज हैगा ਉਹਨੂੰ ਇੱਕ ਵੱਡਾ ਔਰ ਵਧੀਆ ਜਿਹੜਾ ਦਿਸ਼ਾ ਦੇਣ ਵਾਲਾ ਸਮਾਜ ਹੋਏ, ਨੌਜਵਾਨਾਂ ਵਾਸਤੇ, ਆਪਣੀ ਨਵੀਂ ਪੀੜ੍ਹੀ ਵਾਸਤੇ ਇੱਕ ਅਜਿਹੀ ਆਰਥਿਕਤਾ ਦਾ ਨਿਰਮਾਣ ਜਿਹਦੇ ਚ ਸਰਬੱਤ ਦਾ ਭਲਾ ਹੋਏ।
तो उस दिशा ਦੇ ਵੱਲ ਜੇ ਸਾਨੂੰ ਇਹ ਸਿਆਸਤ ਮੈਨੂੰ ਇਸ ਗੱਲ ਦੀ ਉਮੀਦ ਹੈ ਕਿ ਉਹ ਲੈ ਕੇ ਜਾਏਗੀ। ਸੋ ਦੇਖਣਾ ਰੋਚਕ ਹੋਏਗਾ, ਦੇਖਦੇ ਰਹਾਂਗੇ। ਆਰਐਨ ਨੇ ਟੀਵੀ ਦੇ ਵਿੱਚ ਮੇਰੇ ਕੋਲ ਹੁਣ ਜਿਹੜਾ ਇਹ ਪ੍ਰੋਗਰਾਮ ਦੇ ਵਿੱਚ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਤੁਹਾਡੇ ਨਾਲ ਹੋਰ ਗੱਲਾਂ ਕਰਾਂ, ਆਗਿਆ ਲਵਾਂਗਾ। ਪਰ ਦੁਬਾਰਾ ਤੋਂ ਟੀਕਾ ਟਿੱਪਣੀ ਵਾਸਤੇ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ। ਤਦ ਤੱਕ ਤੁਹਾਨੂੰ ਇਹ ਬੇਨਤੀ ਹੈਗੀ ਹੈ ਕਿ ਤੁਸੀਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ, ਔਰ ਜੇ ਕੋਈ ਤੁਹਾਡੇ ਕੋਲ ਸੁਝਾਅ ਹੋਏ ਤਾਂ ਉਹ ਸੁਝਾਅ ਵੀ ਤੁਸੀਂ ਸਾਨੂੰ ਭੇਜ ਸਕਦੇ ਹੈਗੇ ਹੋ। ਅਸੀਂ ਤੁਹਾਡੇ ਸੁਝਾਵਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੀ ਪ੍ਰੋਗਰਾਮਿੰਗ ਦੇ ਵਿੱਚ ਤਬਦੀਲੀਆਂ ਵੀ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਦੋਸਤੋ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ।